बिस्मिल्लाहिर्रहमानिर्रहीम। अस्सलाम वालेकुम। वेलकम टू द फार्मिंग टिप्स। आज मुझे जाते हुए ये भेड़ों का एक चरवाहा मिला है जो भेड़ें चरा रहा था, तो मैंने सोचा इनसे शीप फार्मिंग के मतलब कुछ मालूमात हासिल करते हैं। तो मैंने इनसे शीप फार्मिंग के बारे में चंद मोटे मोटे सवालात किए हैं, तो आइए आपको भी सुनवाते हैं कि ये क्या कहते हैं शीप फार्मिंग के बारे में और इनके क्या तासरात हैं शीप फार्मिंग के बारे में कि क्या इसमें कोई फ़ायदा है, अगर फ़ायदा है तो इसकी फ़ायदे की रेशो कितनी है और ये किस किस्म की शीप फार्मिंग कर रहे हैं। चलिए आपको इनसे मिलवाते हैं। डियर व्यूअर्स, आपके ख्यालात का इनके ख्यालात से मुत्फिक होना ज़रूरी नहीं है। अगर आपके पास कोई अच्छी इन्फॉर्मेशन हो तो आप नीचे कमेंट्स में शेयर कर दीजिएगा। शुक्रिया। आइए आपको इनसे मिलवाते हैं। अस्सलाम वालेकुम। क्या हाल चाल है चाचा जी? चाचा जी ਤੁਹਾਡਾ ਨਾਂ ਕੀ ਹੈ? ਨਾਮ ਹੈ ਮੁਹੰਮਦ ਸਰਵਰ ਤੇ ਤੁਹਾਡਾ ਪਿੰਡ ਕਿਹੜਾ ਹੈ? ਰੁੜਕੀ ਬਾਜੀ ਮੈਂ। ਸ਼ਾਲਕੋਟ ਦਾ? ਹਾਂਜੀ। ਤੇ ਕਿੰਨੀਆਂ ਕੁ ਭੇਡਾਂ ਰੱਖੀਆਂ ਜੇ? ਨਾ ਹੈ ਤਾਂ 15 ਸਾਲ। ਤੇ ਕਿਹੜੀ ਨਸਲ ਦੀਆਂ ਭੇਡਾਂ ਰੱਖੀਆਂ ਜੇ? ਅਦਰਾ ਜੀ ਨੇ ਹੁਣ ਪੈਦਾ ਸਾਰੀਆਂ। ਤੇ ਜ਼ਿਆਦਾਤਰ ਕਿਹੜਾ ਨਸਲ ਦਾ ਰਲਾ ਇਹਦੇ ਚ? ਨਾਮ ਅੱਛਾ, ਤੁਸੀਂ ਦੱਸ ਰਹੇ ਹੋ ਕਿ ਕਜਲੀਆਂ ਦੀ ਤੇ ਦੇਸੀਆਂ ਦੀ ਦੋਗਲੀ ਅਦਰਾ ਦਾ ਹੀ ਮਾਰ ਆਇਆ ਇਹ। ਤੇ ਇੱਕ ਜਿਹੜੀ ਇਹ ਭੇਡ ਛੋਟੀ 2-3 ਮਹੀਨਿਆਂ ਦੀ ਕਿੰਨੇ ਕੁ ਦੀ ਲੱਭ ਜਾਂਦੀ? 10,000 ਦੀ ਭੇਡ ਲੱਭਦੀ ਨਿੱਕੀ ਜਿਹੀ। ਕਿੰਨੇ ਮਹੀਨਿਆਂ ਦੀ? 6 ਮਹੀਨੇ। 6 ਮਹੀਨਿਆਂ ਦੀ। ਤੇ ਸੂਣ ਵਾਲੀ ਕਿੰਨੇ ਕੁ ਚਿਰ ਬਾਅਦ ਬਣਦੀ? ਵਰੇ ਦੀ ਹੋ ਗਈ, ਯਾਨੀ ਸਾਲ ਦੀ ਹੋ ਕੇ। ਠੀਕ ਹੈ। ਤੇ ਸਾਲ 'ਚ ਇੱਕ ਵਾਰੀ ਸੂੰਦੀ ਹੈ, 2 ਵਾਰੀ? 2 ਵਾਰੀ। ਤੇ ਕਿੰਨੇ ਕੁ ਬੱਚੇ ਦੇ ਛੱਡਦੀ ਹੈ ਸਾਲ 'ਚ? ਕਾਰਾ ਵੀ ਦੇਣੀਆਂ ਨੇ, ਦੋਰਾ ਵੀ ਦੇਣੀਆਂ ਨੇ। ਯਾਨੀ 3 ਤੋਂ 4 ਸਾਲ ਦੇ ਦੇ ਛੱਡਦੀ। ਤੇ ਪੂਰੀ ਜਿਹੜੀ ਸੂਈ ਭੇਡ ਜਿਹਦੇ ਪਿੱਛੇ ਬੱਚਾ ਵੀ ਹੁੰਦਾ ਉਹ ਕਿੰਨੇ ਕੁ ਦੀ ਆ ਜਾਂਦੀ? ਉਹ 25-26 ਹਜ਼ਾਰ ਦੀ। ਠੀਕ ਹੈ। ਇਹਨਾਂ ਨੂੰ ਤੇ ਭੇਡਾਂ ਜਵਾਨ ਭੇਡਾਂ ਜਿਹੜਾ ਕੁਰਬਾਨੀ ਤੇ ਵਿਕਦਾ ਉਹ ਕਿੰਨੇ ਕੁ ਦਾ ਵਿਕ ਜਾਂਦਾ ਹੈ? ਫਰਕ ਹੀ ਹੁੰਦਾ ਹੈ। ਤੇ ਇੱਕ 15-16 ਤੁਸੀਂ ਦੱਸ ਜਾਵੇ, ਜ਼ਿਆਦਾ ਹੀ ਲੱਗਦੀਆਂ ਨੇ ਮੈਨੂੰ ਤੇ 25-30 ਲੱਗਦੀਆਂ ਨੇ ਪਈਆਂ। ਨਹੀਂ ਵਿੱਚ ਮਾਲ ਹੋਰ ਵੀ ਨੇ ਬੰਦਿਆਂ ਦਾ। ਅੱਛਾ। ਤੇ 15-16 ਭੇਡਾਂ ਰੱਖਣ ਵਾਸਤੇ ਕਿੰਨੇ ਕੁ ਬੰਦੇ ਚਾਹੀਦੇ ਹੁੰਦੇ ਨੇ? ਇੱਕ ਬੰਦਾ ਜਾਂ 2 ਬੰਦੇ? ਤਾਂ ਮਾਲ ਜਿੰਨਾ ਮਰਜ਼ੀ ਜਾ ਸਕਦਾ ਬੰਦਾ, ਇਕੱਲਾ ਬੰਦਾ ਹੀ ਕਾਫੀ ਹੈ। ਤੇ ਇੱਕ ਮਤਲਬ ਕਿ 10-15 ਭੇਡਾਂ ਰੱਖਣ ਵਾਸਤੇ ਜਗ੍ਹਾ ਕਿੰਨੀ ਕੁ ਚਾਹੀਦੀ ਹੁੰਦੀ? ਜਗ੍ਹਾ ਮਰਲਾ ਡੇਢ ਚਾਹੀਦੀ ਹੁੰਦੀ, 2 ਹੀ। ਤੇ ਖੁੱਲੀ ਰੱਖ ਦਿਓ ਕਿ ਬੰਨ ਕੇ ਰੱਖ ਦਿਓ? ਨਹੀਂ, ਖੁੱਲਾ ਹੀ ਮਾਲ ਖੁੱਲਾ ਹੀ। ਤੇ ਇਹਨਾਂ ਨੂੰ ਕੋਈ ਬਿਮਾਰੀ ਸ਼ਮਾਰੀ ਵੀ ਆਉਂਦੀ? ਅੱਲਾ ਮਾਫੀ ਦੇ। ਤੇ ਕੋਈ ਫਾਸ ਟੀਕੇ ਲਵਾਉਂਦੇ ਹੋ? ਲਵਾਉਂਦੇ। ਤੇ ਸਾਲ 'ਚ ਕਿੰਨੀ ਵਾਰੀ? 1-2 ਵਾਰੀ ਲਵਾ। 1-2 ਵਾਰੀ? ਡਾਕਟਰ ਆਪ ਹੀ ਲਾ ਜਾਂਦੇ ਨੇ ਕਿ ਤੁਸੀਂ ਆਪੇ ਪੈਸਿਆਂ ਤੋਂ ਲਵਾਉਂਦੇ ਹੋ? ਨਹੀਂ, ਆਪ ਹੀ ਲਾ ਜਾਂਦੇ ਡਾਕਟਰ ਫਾਸ ਟੀਕੇ। ਠੀਕ ਹੈ। ਤੇ ਹੋਰ ਕੋਈ ਖਾਸ ਗੱਲ ਜਿਹੜਾ ਕੋਈ ਬੰਦਾ ਭੇਡਾਂ ਰੱਖਣਾ ਚਾਹੇ ਤਾਂ ਉਹਨੂੰ ਦੱਸਣ ਵਾਸਤੇ ਵੀ ਇਹ ਭੇਡਾਂ ਦੀ ਇਹ ਗੱਲ ਜ਼ਰੂਰੀ ਹੈ? ਉਹਦੇ ਚ ਕਿਸੇ ਦੀ ਮਨ ਮਰਜ਼ੀ ਦੀ ਗੱਲ ਹੈ, ਤਾਂ ਮਜਬੂਰੀ ਹੈ। ਜਿਹੜਾ ਬੰਦਾ ਨਾ ਕੋਈ ਕਾਰੋਬਾਰ ਕਰੇ ਉਹਦੇ ਵਾਸਤੇ ਨਹੀਂ। ਬੇਸ਼ੱਕ ਬੜਾ ਅੱਛਾ ਕਾਰੋਬਾਰ ਹੈ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਹੱਥ ਨਾਲ ਕਮਾਈ ਰੋਜ਼ੀ ਨੂੰ ਸਭ ਤੋਂ ਬਿਹਤਰ ਕਰਾਰ ਦਿੱਤਾ ਹੈ। ਉਹ ਤਾਂ ਗੱਲ ਠੀਕ ਹੈ। ਇਹ ਵੀ ਆਖਿਆ ਗਿਆ ਕਿ ਮਿਹਨਤ ਕਰਨ ਵਾਲਾ ਅੱਲਾ ਦਾ ਦੋਸਤ ਹੈ। ਤੇ ਇਸ ਹਵਾਲੇ ਨਾਲ ਤੁਸੀਂ ਇਹਨੂੰ ਮਾੜਾ ਨਾ ਸਮਝੋ। ਜਿਹੜੀ ਦੇਖੋ ਤੁਸੀਂ ਕਾਰੋਬਾਰ ਕਰ ਰਹੇ ਹੋ, ਅਸੀਂ ਭਾਈ ਜੀ ਮਾੜਾ ਨਹੀਂ ਸਮਝਦੇ ਪਏ ਨੂੰ ਜੀ। ਤੇ ਜਿਹੜੀ ਅਗਲੀ ਮਾਂ ਨੂੰ ਮਾੜਾ ਸਮਝਦੀ ਹੈ, ਅਸੀਂ ਅਗਲੀ ਨੂੰ ਛੱਡ ਦਿਓ। ਹਾਂ ਤੁਸੀਂ ਕਈ ਵਿੱਚ ਐਸੇ ਦੋਸਤ ਵੀ ਹੈ ਨੇ ਜਿਹੜੇ ਕਰਨਾ ਚਾਹੁੰਦੇ ਨੇ ਤੇ ਕਰਨਾ ਚਾਹੀਦਾ। ਇਹਦੇ ਚ ਖੂਬੀ ਕਿਹੜੀ ਖਾਸ ਗੱਲ ਹੈ ਕਿ ਭੇਡਾਂ ਦਾ ਕਾਰੋਬਾਰ ਕਰਨਾ ਚਾਹੀਦਾ? ਇਹ ਚ ਚੰਗਾ ਨਫਾ ਹੈ ਜਾਂ ਘੱਟ ਹੈ? ਅੱਲਾ ਨਾ ਪਾਏ ਤੇ ਨਫਾ ਹੀ ਨਫਾ ਹੁੰਦਾ। ਤੇ ਸਾਲ ਚ 10-15 ਭੇਡੀਆਂ ਰੱਖੀਆਂ ਹੋਣ ਤੇ ਸਾਲ ਚ ਕਿੰਨਾ ਕੁ ਨਫਾ ਹੋ ਜਾਂਦਾ? ਬਹੁ ਮੇਰਾ ਤਾਂ ਜੇ ਅੱਲਾ ਸਹੀ ਸਲਾਮਤ ਰੱਖੇ ਫਲ ਨੂੰ। ਅੱਛਾ, ਇੱਧਰ ਤੇ ਮੇਰਾ ਅੱਗੇ ਉਹ ਮਾਲ ਸਹੀ ਸਲਾਮਤ ਮਾਲ ਰਹੇ। ਹਾਂ, ਇਹ ਮੇਰਾ ਮਤਲਬ ਬੜੀ ਖੱਟੀ ਇਹਦੀ। ਫਿਰ ਕਿੰਨੀ ਕੰਦਾਦਨ ਇੱਕ ਬੰਦੇ ਨੂੰ ਕਿੰਨੀ ਕੁ ਹੋ ਜਾਂਦੀ ਹੈ? ਰੁਪਈਆ ਲੱਖ ਸਵਾ ਵੱਟ ਕਰਦਾ। ਲੱਖ ਸਵਾ ਵੱਟ ਕਰਦਾ। ਤੇ ਉਸ ਤੋਂ ਇਲਾਵਾ ਕਿੰਨੇ ਕੁ ਬੱਚੇ ਦੇ ਛੱਡਦੀਆਂ ਨੇ 10-15 ਭੇਡਾਂ ਸਾਲ ਚ? ਜਾਫੀ ਮੇਰਾ ਮਤਲਬ ਜਾ ਕਾਰਾ ਵੀ ਦੇਣ ਤਾਂ ਵੀ 10-15 ਤੇ ਬਣ ਜਾਂਦੇ। ਠੀਕ ਹੈ। ਇੱਕ ਘਰ ਦਾ ਗੁਜ਼ਾਰਾ ਚੱਲ ਜਾਂਦਾ 15 ਭੇਡਾਂ ਤੋਂ? ਭੇਡਾਂ ਦਾ 98 ਰੁਪਇਆ ਚੱਲਦਾ ਘਰ ਦਾ। ਅੱਛਾ ਜੀ, ਕੀ ਬਾਤ ਹੈ, ਜ਼ਬਰਦਸਤ ਹੈ। ਜਿਹਨੇ 30-35 ਰੱਖੇ ਉਹ ਤੇ ਫਿਰ ਕਿਆ ਹੀ ਬਾਤ ਹੈ। ਉਹ ਤਾਂ ਬਾਹਰੋਂ ਵੀ ਗਾਂ ਹੈ। ਉਹ ਬੜੀ ਗੱਲ ਕੀਤੀ ਜੀ। ਜੋ ਆਮ ਤੌਰ ਤੇ ਮਸ਼ਹੂਰ ਕਿਹੜੀ ਭੇਡ ਹੈ? ਮਸ਼ਹੂਰ ਤੇ ਕਜਲੀ ਭੇਡ ਹੀ ਮਸ਼ਹੂਰ। ਕਜਲੀ ਭੇਡ ਮਸ਼ਹੂਰ। ਇਹ ਕਿੱਥੋਂ ਲੱਭਦੀਆਂ ਨੇ ਕਜਲੀ ਨਸਲ ਦੀਆਂ ਭੇਡ? ਸਰਗੋਧੀਆਂ ਜਾ ਕੇ ਲੋਕ ਲਿਆਉਂਦੇ ਨੇ। ਤੇ ਉਹਨਾਂ ਦੀ ਕੀ ਖੂਬੀ ਹੈ? ਕੋ ਸਾਈਜ਼ ਵੱਡਾ ਹੁੰਦਾ ਜਾਂ ਬੱਚੇ ਬਹੁਤੇ ਦਿੰਦੀਆਂ ਨੇ? ਆ ਜਾਓ ਭੇਡਾਂ, ਆ ਜਾਓ ਬੰਦੇ ਫੜੀਆਂ। ਠੀਕ ਹੈ। ਅਜੇ ਪਿੱਛੇ ਜਾ ਰਹੀਆਂ ਨੇ। ਤੇ ਇਹ ਦੁੱਧ ਜ਼ਿਆਦਾ ਦਿੰਦੀਆਂ ਨੇ ਜਾਂ ਬੱਚੇ ਜ਼ਿਆਦਾ ਦਿੰਦੀਆਂ ਨੇ? ਇਹ ਆਂਦੇ ਨੇ ਜੋੜਾ ਦਿੰਦੀਆਂ ਨੇ ਭੇਡਾਂ। ਜੋੜਾ ਦਿੰਦੀਆਂ ਨੇ। ਠੀਕ ਹੈ। ਭੇਡਾਂ ਦੁੱਧ ਵੀ ਦਿੰਦੀਆਂ? ਭੇਡਾਂ ਦੁੱਧ ਕੀ ਦੇਣਾ, ਜਾਜ ਮਹਾਰਾਜੀ ਰੱਖਦੀਆਂ ਜਾਜ। ਇਹ ਨਹੀਂ ਸਿਰਫ ਭੇਡਾਂ, ਮੈਂ ਇਹਦੀਆਂ ਨੇੜੇ ਹੋ ਕੇ ਵਹਾਨਾ ਜਿਹੜੀਆਂ ਕਜਲੀਆਂ ਭੇਡਾਂ ਤੁਸੀਂ ਦੱਸ ਦੇਣਾ ਵੀ।
ये जी कजली भेड़ देख लें, ख़ास तौर पे सरगोदे से मिलती है। कहते हैं कि ज़्यादा बच्चे देने की वजह से मशहूर है। ये साल में एक दफ़ा 2 बच्चे देती है और साल में 4 बच्चे। ये और भेड़ा की प्योर नस्ल है जी कजली भेड़ ने। सही है, ज़बरदस्त। ठीक हो गया। बाबे दी बनाने क्यों नहीं बनानी। ठीक है, ठीक है। ते अल्लाह पाक दा करम है। चलो मेरा मतलब ख्याल लेना। यानी एक कमजोर बंदा भी यह काम कर सकता है, ਜਿਹੜਾ दूसरी जगह ते मजदूरी नहीं कर सकता, वो भेड़ां बकरियां चार ले ते इहदे नाल ओनू ऐ किते दे हत्थ नहीं पिलाना पेगा। ते यानी ओदे वास्ते माल में ध्यारे रखे, ध्यारे ते रखे, यानी लोकां को लेंदे। तो वो किस तरीके ओदा की रूल हुंदा है? ओदा रूल जी मतलब हमारे रखया ध्यारे दा ते असी ओ माल दी रास हुंदी विच। ठीक है। ओ माल दी रास करनी पेगी। वो रास तो मुराद की वो भी समझा छड़ो। वो मुराद है कि मतलब माल लिया लाख रुपए हौली हौली अदा करना पैंदा। ठीक है, यानी लाख रुपए का मतलब अगर तुम माल लिया तो आस्ता आस्ता तुम लाख रुपया अदा करना है। उन्हें अदा करना है। ठीक है। बाद विच वाधा हो या घाटा हो ये माल नागा पिछा हो जांदा है। हाँ। गिर जांदा माल। हाँ। वो फिर मालक नूं ते चरावे नूं अद्धो दी रकम पै जांदी। ठीक है। ਤੇ ਇਹਦੇ ਚ ਤੁਹਾਨੂੰ ਕਿਸ ਤਰ੍ਹਾਂ ਫਾਇਦਾ ਹੁੰਦਾ? ਤੁਸੀਂ 1 ਲੱਖ ਰੁਪਇਆ ਵੀ ਦਿੰਦੇ ਹੋ ਔਰ ਉਸ ਤੋਂ ਬਾਅਦ ਅੱਧੋ ਅੱਧ ਰਕਮ ਵੀ ਅਗਰ ਘਾਟਾ ਪਾਈਏ ਦਿੰਦੇ ਹੋ, ਤੁਹਾਨੂੰ ਕਿਸ ਤਰ੍ਹਾਂ ਫਾਇਦਾ ਹੁੰਦਾ? ਸਾਨੂੰ ਫਾਇਦਾ ਇਸ ਤਰ੍ਹਾਂ ਹੁੰਦਾ ਵੀ ਮਾਲਕ ਰਕਮ ਦਿੰਦੇ ਨੇ, ਅਸੀਂ ਮਾਲ ਚਾਰਨੇ। ਉਹ ਤੁਹਾਨੂੰ ਲੱਖ ਰੁਪਇਆ ਦਿੰਦੇ ਨੇ ਮਾਲ ਚਾਰਨ ਦਾ? ਉਹ ਮਾਲ ਚਾਰਨ ਦਾ ਲੱਖ ਨਹੀਂ ਦਿੰਦੇ, ਉਹਨਾਂ ਨੂੰ ਆਹ ਰਕਮ ਵਟ ਕੇ ਦੇਣੀ ਹੁੰਦੀ ਮਾਲ ਦੀ ਜਿਹਦੇ ਅੱਗੇ ਉਹ। ਠੀਕ ਹੈ। ਅੱਛਾ, ਜਿਹੜਾ ਪ੍ਰੋਫਿਟ ਲੈਂਦੇ ਉਹ ਅੱਧੋ ਅੱਧ ਕਰ ਲੈਂਦੇ ਉਹਨਾਂ ਰਕਮ ਤੇ ਲਾ। ਠੀਕ ਤੇ ਹੈ। ਸਾਨੂੰ ਚਰਾਈ ਪਈ ਲੱਭੇ ਦੀ। ਤੇ ਜਿਹੜੇ ਕਿ ਬੰਦੇ ਨੇ ਆਪੀ ਰੱਖੀਆਂ ਹੁਣ ਮਤਲਬ ਰਾਸਤੇ ਨਾਲ ਰੱਖੇ, ਉਹ ਤਾਂ ਫਿਰ ਮੁਨਾਫਾ ਡਬਲ ਹੋ ਗਿਆ ਨਾ? ਉਹ ਘਰ ਦਾ ਜੀ ਹੋਇਆ, ਉਹ ਤਾਂ ਡਬਲ ਹੋ ਗਿਆ ਨਾ। ਤੁਸੀਂ ਤੇ ਹੁਣ ਫਰਜ਼ ਕਰੋ ਉਹਨਾਂ ਕੋਲ ਲਈਆਂ ਨੇ, ਤੁਹਾਨੂੰ ਅੱਧਾ ਮੁਨਾਫਾ ਉਹਨਾਂ ਨੂੰ ਦੇਣਾ ਪੈਂਦਾ ਹੈ। ਤੇ ਅਗਰ ਤੁਹਾਡੀ ਜ਼ਾਤੀ ਹੋਣ ਤੇ ਤੁਹਾਡੇ ਤੇ ਮੁਨਾਫਾ ਡਬਲ ਹੋ ਗਿਆ। ਫਿਰ ਤੇ ਮੁਨਾਫਾ ਜਿੰਨਾ ਮਾਲ ਵਿੱਚ ਕਰਦਾ ਹੀ। ਠੀਕ ਹੈ, ਠੀਕ ਹੈ। ਇਹ ਮਾਲ ਦੀ ਕਿਸੇ ਦਾ ਹੀ ਹੈ। ਠੀਕ ਹੈ। ਸਾਡਾ ਜ਼ਾਤੀ ਮਾਲ। ਚਲੋ ਬਹਰਹਾਲ ਇਹ ਵੇ ਕਿ ਬੰਦੇ ਨੂੰ ਫਾਰਗ ਨਹੀਂ ਰਹਿਣਾ ਚਾਹੀਦਾ, ਰੋਜ਼ੀ ਕਮਾਣੀ ਹੈ, ਕਿਸੇ ਦਾ ਮਾਲ ਚਰਾ ਕੇ ਕਮਾ ਲਈ ਫਿਰ ਕੀ। अल्लाह की बड़ी रहमत है, माल रोजी देता है। ठीक है, चलो सही है, फिर मेहरबानी सर। ये एक आइडिया था कि अगर आप खुद काम नहीं कर सकते तो आप पैसे इन्वेस्ट करके किसी और गरीब को दे दें, उसका पेट भी पाल जाएगा और आपके पैसे भी बढ़ते रहेंगे और आपको मुनाफा मिल जाएगा। उम्मीद है आपको वीडियो पसंद आई होगी। अपनी तजावीज़ कमेंट में कीजिएगा। आज की वीडियो में इतना ही। अल्लाह हाफिज़।